हेलो +2 क्लास। ਅੱਜ ਸੋ ਨੈਕਸਟ ਟੌਪਿਕ ਕਰਨ ਜਾ ਰਹੇ ਹਾਂ ਦੈਟ ਇਜ਼ ਮੂਵਿੰਗ ਕੋਇਲ ਗਲਵੈਨੋਮੀਟਰ। ਮੂਵਿੰਗ ਕੋਇਲ ਗਲਵੈਨੋਮੀਟਰ ਕਰੰਟ ਦੀ ਸਮਾਲ ਇਲੈਕਟ੍ਰਿਕ ਕਰੰਟ ਨੂੰ ਡਿਟੈਕਟ ਜਾਂ ਮੇਜ਼ਰ ਕਰਨ ਦੇ ਕੰਮ ਆਉਂਦਾ ਹੈ। ਠੀਕ ਹੈ, ਆਪਾਂ ਇਹ ਦੱਸ ਸਕਦੇ ਹਾਂ ਕਿ ਸਰਕਿਟ ਦੇ ਵਿੱਚ ਕਰੰਟ ਫਲੋ ਕਰ ਰਿਹਾ ਹੈ ਜਾਂ ਨਹੀਂ। ਗਲਵੈਨੋਮੀਟਰ ਦੀ ਨੀਡਲ ਜਦੋਂ ਡਿਫਲੈਕਸ਼ਨ ਦਿਖਾਉਂਦੀ ਹੈ, ਠੀਕ ਹੈ, ਦੈਟ ਮੀਨਸ ਸਰਕਿਟ ਦੇ ਵਿੱਚ ਕਰੰਟ ਫਲੋ ਕਰ ਰਿਹਾ ਹੈ। ਇਸ ਨੂੰ ਆਪਾਂ ਡੈਡ ਬੀਟ ਗਲਵੈਨੋਮੀਟਰ ਵੀ ਕਹਿ ਦਿੰਦੇ ਹਾਂ। ਇਸ ਦਾ ਪ੍ਰਿੰਸੀਪਲ ਕਿਸ ਗੱਲ ਤੇ ਬੇਸ ਹੈ? ਜਦੋਂ ਕਿਸੇ ਕਰੰਟ ਕੈਰਿੰਗ ਕੋਇਲ ਦੇ ਵਿੱਚ ਕਰੰਟ ਫਲੋ ਕਰਦਾ ਹੈ ਔਰ ਉਹ ਕੋਇਲ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਰੱਖੀ ਹੋਈ ਹੈ, ਤਾਂ ਇਹ ਕੋਇਲ ਟਾਰਕ ਫੀਲ ਕਰਦੀ ਹੈ। When a current carrying coil is placed in a uniform magnetic field, it experiences a torque. ਹੁਣ ਆਪਾਂ ਇਹਦੀ ਕੰਸਟਰਕਸ਼ਨ ਦੇਖਦੇ ਹਾਂ। ਇੱਕ ਚੈਂਬਰ ਹੁੰਦਾ ਹੈ, ਇਸ ਚੈਂਬਰ ਨਾਨ ਮੈਟੈਲਿਕ ਕੇਸ ਦਾ ਬਣਿਆ ਹੁੰਦਾ ਹੈ। ਗਲਵੈਨੋਮੀਟਰ ਨੂੰ ਇਸ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਬਾਹਰਲੀ ਡਿਸਟਰਬੈਂਸ ਜਿਹੜੀ ਹੈ ਡਿਊ ਟੂ ਏਅਰ ਐਟੈਸਟਰਾ ਆਪਾਂ ਉਸ ਤੋਂ ਅਵਾਇਡ ਹੋ ਸਕੀਏ। ਠੀਕ ਹੈ, ਇਸ ਚੈਂਬਰ ਦੇ ਵਿੱਚ ਯੂ ਕੈਨ ਸੀ ਲੈਵਲਿੰਗ ਸਕਰਿਊਜ਼ ਦਿਖ ਰਹੇ ਆ ਤੁਹਾਨੂੰ। LS 2 ਲੈਵਲਿੰਗ ਸਕਰਿਊਜ਼ ਬੇਸ ਤੇ ਲੱਗੇ ਹੁੰਦੇ ਨੇ। ਇਸ ਦੇ ਵਿੱਚ ਸਿਲੰਡਰੀਕਲ ਮੈਗਨੇਟਸ ਹੁੰਦੀਆਂ ਨੇ, 2 ਮੈਗਨੇਟਸ, ਨੌਰਥ ਪੋਲ ਐਂਡ ਸਾਊਥ ਪੋਲ। ਰਾਈਟ, this is the direction of magnetic field. ਇੱਕ ਟੋਰਸ਼ਨ ਹੈਡ ਲੱਗਿਆ ਹੁੰਦਾ ਹੈ T। ਸਭ ਤੋਂ ਉੱਪਰ ਤੁਸੀਂ T ਪੁਆਇੰਟ ਦੇਖ ਰਹੇ ਹੋ, ਦਿਸ ਇਜ਼ ਟੋਰਸ਼ਨ ਹੈਡ। ਠੀਕ ਹੈ, ਇਸ ਟੋਰਸ਼ਨ ਹੈਡ ਨਾਲ ਹੀ ਆਪਾਂ ਕੋਇਲ ਨੂੰ ਅਟੈਚ ਕਰਨਾ ਹੈ। ਐਂਡ ਨੀਚੇ ਤੁਸੀਂ ਬੇਸ ਤੇ ਦੇਖ ਰਹੇ ਹੋ TS। ਇਸ TS ਐਂਡ ਤੇ ਆਪਾਂ ਕੋਇਲ ਦਾ ਸੈਕਿੰਡ ਐਂਡ ਅਟੈਚ ਕਰਾਂਗੇ। ਟੋਰਸ਼ਨ ਦੇ ਨਾਲ ਤੁਸੀਂ PBW ਲਿਖੀ ਹੋਇਆ ਇੱਕ ਵਾਇਰ ਦੇਖ ਰਹੇ ਹੋ, ਦਿਸ ਇਜ਼ ਫਾਸਫੋਰ ਬ੍ਰੋਂਜ਼ ਵਾਇਰ, ਸਟ੍ਰਿਪ ਵੀ ਕਹਿ ਸਕਦੇ ਹੋ ਉਹਨੂੰ। ਠੀਕ ਹੈ, ਦਿਸ ਇਜ਼ ਫਾਸਫੋਰ ਬ੍ਰੋਂਜ਼ ਵਾਇਰ ਐਂਡ ਬਰਾਸ ਦੇ ਉੱਤੇ ਆਪਾਂ ਇੱਕ ਕੋਇਲ ਬਣਾਈ ਹੋਈ ਹੈ। ਕੋਇਲਸ ਦੇ ਨੰਬਰ ਆਫ ਟਰਨਸ ਹੈ ਔਰ ਇਸ ਦਾ ਇੱਕ ਐਂਡ ਜਿਹੜਾ ਹੈ ਆਪਾਂ ਟੋਰਸ਼ਨ ਹੈਡ ਨਾਲ ਅਟੈਚ ਕੀਤਾ ਹੋਇਆ। ਠੀਕ ਹੈ, ਯੂ ਕੈਨ ਸੀ a coil is wounded on brass metal core. Other end is connected with lower point TS via hair spring. ਇੱਕ ਸਪਰਿੰਗ ਦਿਖ ਰਿਹਾ ਤੁਹਾਨੂੰ, ਹੇਅਰ ਸਪਰਿੰਗ। ਇਹ ਹੇਅਰ ਸਪਰਿੰਗ ਕੁਆਰਟਸ ਜਾਂ ਫਾਸਫੋਰ ਬ੍ਰੋਂਜ਼ ਦਾ ਬਣਿਆ ਹੁੰਦਾ ਹੈ। ਇੱਕ ਮਿਰਰ ਦਿਖ ਰਿਹਾ ਤੁਹਾਨੂੰ, M is the mirror, this is concave mirror and this is attached to phosphor bronze strip. ਇਹ ਮਿਰਰ ਆਪਾਂ ਨੂੰ ਹੈਲਪ ਕਰਦਾ ਹੈ ਕੋਇਲ ਦੀ ਜਿਹੜੀ ਰਿਫਲੈਕਸ਼ਨ ਹੁੰਦੀ ਹੈ ਆਪਾਂ ਨੀਡਲ ਦੇ ਥਰੂ ਦੇਖਦੇ ਹਾਂ। ਠੀਕ ਹੈ, ਉਹ ਆਪਾਂ ਇਸ ਮਿਰਰ ਦੇ ਥਰੂ ਦੇਖਦੇ ਹਾਂ।
Now the arrangement is complete. You can see battery is attached to the torsion head. Upper and lower end is TS. की इंसर्ट करांगे, तुसी कोइल दे PQRS पॉइंट्स देख रहे हो। यही PQRS विच नंबर ऑफ टर्न्स हैं कोइल दे, नॉट वन टर्न्स, इट हैज़ मैनी टर्न्स, राइट। ਹੁਣ मैं ਇਹ मूविंग कोइल गलवेनोमीटर ਜਿਹੜਾ ਹੈ ਇਸ ਦਾ ਪੂਰਾ ਰਿਪੀਟ ਕਰ ਰਹੀ ਹਾਂ ਇੱਕ ਵਾਰ ਫੇਰ ਤੋਂ। मूविंग कोइल गलवेनोमीटर ਦੇ ਵਿੱਚ PQRS ਕੋਇਲ ਹੁੰਦੀ ਹੈ। ਇਹ ਕੋਇਲ ਇਨਸੂਲੇਟਿਡ ਕਾਪਰ ਵਾਇਰ ਦੀ ਬਣੀ ਹੁੰਦੀ ਹੈ ਔਰ ਇਹ ਕੋਇਲ ਨॉन ਮੈਗਨੈਟਿਕ ਮੈਟੈਲਿਕ ਫਰੇਮ ਦੇ ਉੱਤੇ ਲਪੇਟੀ ਹੁੰਦੀ ਹੈ। ਇਹ ਮੈਟੈਲਿਕ ਫਰੇਮ ਆਮ ਤੌਰ ਤੇ ਬਰਾਸ ਦਾ ਬਣਿਆ ਹੁੰਦਾ ਹੈ। ਰਿਕਟੈਂਗੂਲਰ ਸ਼ੇਪ ਦਿਖ ਰਹੀ ਹੈ ਤੁਹਾਨੂੰ ਇਹ ਮੈਟੈਲਿਕ ਫਰੇਮ ਦੀ, ਇਹਦੇ ਉੱਤੇ ਕੋਇਲ ਵਾਊਂਡ ਕੀਤੀ ਹੋਈ ਹੈ। ਇਹ ਕੋਇਲ ਟੋਰਸ਼ਨ ਹੈਡ ਟੀ ਦੇ ਨਾਲ ਸਸਪੈਂਡਡ ਕੀਤੀ ਹੁੰਦੀ ਹੈ, ਮਤਲਬ ਲਟਕਾਈ ਹੁੰਦੀ ਹੈ, ਠੀਕ ਹੈ। ਇਹ ਟੋਰਸ਼ਨ ਹੈਡ ਜਿਹੜਾ ਅਪਰ ਤੇ ਤੁਹਾਨੂੰ ਟੀ ਦਿਖ ਰਿਹਾ ਹੈ, ਇਹ ਮੂਵ ਕਰ ਸਕਦਾ ਹੈ। ਟੋਰਸ਼ਨ ਹੈਡ ਤੇ ਕੋਇਲ ਦੇ ਨਾਲ ਜਿਹੜੀ ਵਾਇਰ ਦੇ ਨਾਲ ਇਹਨੂੰ ਅਟੈਚ ਕੀਤਾ ਹੋਇਆ ਹੈ, ਦੈਟ ਇਜ਼ ਫਾਸਫੋਰਸ ਬ੍ਰੌਂਜ਼ ਵਾਇਰ। ਐਂਡ ਦੈਨ ਇੱਕ ਯੂਨੀਫਾਰਮ ਮੈਗਨੈਟਿਕ ਫੀਲਡ ਪ੍ਰੋਡਿਊਸ ਕੀਤਾ ਜਾਂਦਾ ਹੈ ਸਿਲੰਡਰੀਕਲ ਮੈਗਨੈਟਿਕ ਪੋਲਸ ਨਾਲ। N and S are magnets. N is north pole and this is in cylindrical shape, and S is south pole, again cylindrical shape. ਕੋਇਲ ਦਾ ਲੋਅਰ ਐਂਡ ਇੱਕ ਹੇਅਰ ਸਪਰਿੰਗ ਦੇ ਨਾਲ ਅਟੈਚ ਹੁੰਦਾ ਹੋਇਆ TS ਟਰਮੀਨਲ ਤੱਕ ਜਾਂਦਾ ਹੈ। ਔਰ ਜਦੋਂ ਇਹ ਕੋਇਲ ਮੂਵ ਕਰੇਗੀ, ਇਹ ਵਿਦਆਊਟ ਟਚਿੰਗ ਦਾ ਮੈਟੈਲਿਕ ਫਰੇਮ ਜਿਹੜਾ ਮੈਂ ਤੁਹਾਨੂੰ ਕਿਹਾ ਬਰਾਸ ਦਾ ਬਣਿਆ ਹੁੰਦਾ, ਉਸ ਨੂੰ ਟੱਚ ਕੀਤੇ ਬਿਨਾ ਹੀ ਇਹ ਫਰੀਲੀ ਮੂਵ ਕਰ ਸਕਦੀ ਹੈ, ਠੀਕ ਹੈ। ਇਸ ਤਰ੍ਹਾਂ ਕਰਕੇ ਇੱਕ ਰੇਡੀਅਲ ਮੈਗਨੈਟਿਕ ਫੀਲਡ ਬਣ ਜਾਂਦਾ ਹੈ। ਐਂਡ M ਇਜ਼ ਕਨਕੇਵ ਮਿਰਰ ਜਿਹੜਾ ਕਿ ਫਾਸਫੋਰਸ ਬ੍ਰੌਂਜ਼ ਸਟ੍ਰਿਪ ਜਾਂ ਵਾਇਰ ਦੇ ਨਾਲ ਅਟੈਚ ਹੈ। ਇਹ ਕੋਇਲ ਦੀ ਡਿਫਲੈਕਸ਼ਨ ਦੇਖਣ ਦੇ ਕੰਮ ਆਉਂਦਾ ਹੈ, ਕਿਉਂਕਿ ਆਪਾਂ ਸਕੇਲ ਵੀ ਲਗਾਵਾਂਗੇ ਇਸ 'ਚ। ਇਹ ਪੂਰੇ ਦਾ ਪੂਰਾ ਅਰੇਂਜਮੈਂਟ ਆਪਾਂ ਇੱਕ ਨੋਨ ਮੈਟੈਲਿਕ ਕੇਸ ਦੇ ਵਿੱਚ ਬੰਦ ਕਰਕੇ ਰੱਖਿਆ ਹੁੰਦਾ ਹੈ। ਐਂਡ ਦਿਸ ਮੈਟੈਲਿਕ ਕੇਸ ਅਵੋਇਡ ਡਿਸਟਰਬੈਂਸ ਆਫ ਏਅਰ ਐਟਸਟਰਾ। ਇਸ ਕੇਸ ਦੇ ਹੇਠਾਂ ਲੈਵਲਿੰਗ ਸਕਰੂਜ਼ ਲਗਾਏ ਜਾਂਦੇ ਨੇ। ਟੋਰਸ਼ਨ ਹੈਡ ਜਿਹੜਾ ਸਭ ਤੋਂ ਉੱਪਰ ਟੋਰਸ਼ਨ ਹੈਡ ਹੈ, ਉਸ ਨੂੰ ਵੀ ਆਪਾਂ ਟਰਮੀਨਲਸ ਨਾਲ ਕਨੈਕਟ ਕੀਤਾ ਹੋਇਆ ਹੈ, ਠੀਕ ਹੈ। ਇਹ ਪੂਰੀ ਇਹਦੀ ਕੰਸਟਰਕਸ਼ਨ ਸੀਗੀ। ਯੂ ਕੈਨ ਸੀ ਦਾ ਨੇਮਸ ਆਫ ਨੈਕਸਟ। ਇਹ ਕੋਇਲ ਆਪਣੀ ਟਾਰਕ ਐਕਸਪੀਰੀਅੰਸ ਕਰੇਗੀ। ਹੁਣ ਇਸ 'ਚ ਲੈਂਥ ਐਂਡ ਬ੍ਰੈਡਥ ਹੈ ਕੋਇਲ ਦੀ। ਲੈਂਥ ਇਨਟੂ ਬ੍ਰੈਡਥ ਨੂੰ ਆਪਾਂ ਏਰੀਆ ਸਪੋਜ਼ ਕਰ ਲਿਆ ਕੋਇਲ ਦਾ, ਠੀਕ ਹੈ। ਇਹ ਕੋਇਲ ਕਿੰਨਾ ਟਾਰਕ ਐਕਸਪੀਰੀਅੰਸ ਕਰੇਗੀ? ਦਿਸ ਵਿਲ ਬੀ NIAB sin phi। I ਇਹਦੇ ਵਿੱਚ ਕਰੰਟ ਹੈ ਜਿਹੜਾ ਕਿ ਕੋਇਲ ਦੇ ਵਿੱਚ ਪਾਸ ਹੋ ਰਿਹਾ ਹੈ, ਠੀਕ ਹੈ, PQRS ਡਾਇਰੈਕਸ਼ਨ ਦੇ ਵਿੱਚ। B ਸਟਰੈਂਥ ਆਫ ਮੈਗਨੈਟਿਕ ਫੀਲਡ ਜਿਸ ਦੇ ਵਿੱਚ ਆਪਾਂ ਕੋਇਲ ਸਸਪੈਂਡ ਕੀਤੀ ਹੋਈ ਹੈ, ਲਟਕਾਈ ਹੋਈ ਹੈ। N ਨੰਬਰ ਆਫ ਟਰਨਸ ਹੈ ਕੋਇਲ ਦੇ।
ਆਪਾਂ ਸਪੋਜ਼ ਕਰ ਲੈਂਦੇ ਹਾਂ ਕਿ ਕਿਸੇ ਇਨਸਟੈਂਟ ਤੇ ਇੱਕ ਐਂਗਲ ਫਾਈ ਬਣਾ ਰਿਹਾ ਇਹ plane of the coil with the direction of magnetic field angle phi बन रहा है। ਰੈਕਟੈਂਗੂਲਰ ਕੋਇਲ ਜਿਸ 'ਚ ਕਰੰਟ ਫਲੋ ਕਰ ਰਿਹਾ ਹੈ, ਜਦੋਂ ਉਸ ਨੂੰ ਆਪਾਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਹ ਟਾਰਕ ਫੀਲ ਕਰਦੀ ਹੈ ਐਂਡ ਦੈਟ ਟਾਰਕ ਇਜ਼ ਇਕੁਅਲ ਟੂ NIAB sin phi। ਰਿਸਟੋਰਿੰਗ ਟੋਰਕ ਇਨ ਦੀ ਕੋਇਲ। ਰਿਸਟੋਰਿੰਗ ਟੋਰਕ ਕੀ ਹੈ? ਦੇਖੋ, ਜਦੋਂ ਟਾਰਕ ਲੱਗਿਆ ਤਾਂ ਕੋਇਲ ਰੋਟੇਟ ਕੀਤੀ, ਜਿਹੜੀ ਫਾਸਫੋਰਸ ਬ੍ਰੌਂਜ਼ ਸਟ੍ਰਿਪ ਹੈ ਉਹ ਟਵਿਸਟ ਹੋਏਗੀ। ਇਸ ਦੀ ਟਵਿਸਟ ਕਰਕੇ ਹੀ ਰਿਸਟੋਰਿੰਗ ਟਾਰਕ ਫਾਸਫੋਰਸ ਬ੍ਰੌਂਜ਼ ਸਟ੍ਰਿਪ ਦੇ ਵਿੱਚ ਪ੍ਰੋਡਿਊਸ ਹੋ ਜਾਏਗਾ। ਇਹ ਜਿਹੜਾ ਟਵਿਸਟ ਇਹਦੇ ਵਾਇਰ ਦੇ ਵਿੱਚ ਆਏਗਾ, ਇਹ ਕੋਇਲ ਨੂੰ ਉਸਦੀ ਬੈਕ ਓਰੀਜਨਲ ਪੋਜੀਸ਼ਨ 'ਤੇ ਲੈ ਕੇ ਆਏਗਾ ਐਂਡ ਦਿਸ ਇਜ਼ ਰਿਸਟੋਰਿੰਗ ਟਾਰਕ, ਮਤਲਬ ਉਹਨੂੰ ਰੀਸਟੋਰ ਕਰ ਰਿਹਾ, ਕੋਇਲ ਨੂੰ ਬੈਕ ਲੈ ਕੇ ਆ ਰਿਹਾ। ਠੀਕ ਹੈ। ਜਦੋਂ ਇਕੁਇਲਿਬਰੀਅਮ ਹੋਏਗਾ, ਕੋਇਲ ਦੀ ਪੋਜੀਸ਼ਨ ਦੇ ਵਿੱਚ ਸੰਤੁਲਨ ਆ ਜਾਏਗਾ, ਬੈਲੈਂਸ ਆ ਜਾਏਗਾ, ਦੈਨ ਡਿਫਲੈਕਟਿੰਗ ਟਾਰਕ ਤੇ ਰਿਸਟੋਰਿੰਗ ਟਾਰਕ ਦੋਨੇ ਇਕੁਅਲ ਹੋ ਜਾਣਗੇ। ਠੀਕ ਹੈ। ਇੱਕ ਤਾਂ ਰਿਫਲੈਕਟ ਕਰ ਰਿਹਾ ਹੈ, ਇੱਕ ਰਿਸਟੋਰ ਕਰ ਰਿਹਾ, ਦੋਨੇ ਇਕੁਅਲ ਹੋ ਜਾਣਗੇ ਐਂਡ ਐਟ that case this tau will be equal to K alpha, right? ਇਸ ਚੋਂ ਤੁਸੀਂ ਵੈਲਿਊ ਕੱਢ ਸਕਦੇ ਹੋ I ਦੀ। I will be equal to K upon NAB sin phi into alpha। ਸਾਈਨ ਫਾਈ ਨੂੰ ਆਪਾਂ ਐਲੀਮੀਨੇਟ ਕਰ ਸਕਦੇ ਹਾਂ ਜਦੋਂ ਆਪਾਂ ਮੈਗਨੈਟਿਕ ਫੀਲਡ ਰੇਡੀਅਲ ਲੈ ਲਿਆ। ਰੇਡੀਅਲ ਮਤਲਬ ਕੋਇਲ ਦੀ ਪਲੇਨ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਪੈਰਲਲ ਹੈ, ਦੈਨ ਅਲਫਾ 90 ਡਿਗਰੀ ਹੋ ਜਾਏਗਾ, ਸਾਈਨ ਅਲਫਾ 1 ਹੋ ਜਾਏਗਾ। ਠੀਕ ਹੈ। ਇਸ ਕੇਸ ਦੇ ਵਿੱਚ ਸਾਈਨ ਫਾਈ ਆਪਾਂ ਐਲੀਮੀਨੇਟ ਕਰ ਸਕਦੇ ਹਾਂ। Now what is radial magnetic field? मैं तुहानूं दस्सिया कि जदों कोयल दी प्लेन डायरेक्शन ऑफ मैगनैटिक फील्ड दे पैरलल हो जाती है, दिस इज द केस, दिस इज रेडियल मैगनैटिक फील्ड। द टॉप व्यू PS, कोयल दा PS व्यू lies along the magnetic lines of force in whichever position the coils comes to rest in equilibrium। right? मतलब angle between the normal to the plane of the coil and magnetic field is 90 degree। sin 90 degree is 1, so I is equal to K upon NAB alpha। यह K upon NAB कांस्टेंट है सारी क्वांटिटीज, so I is equal to G alpha। G is galvanometer constant। इस तो ਆਪਾਂ ਨੂੰ पता लग रहा है कि I is directly proportional to दिस इज शोन। स्केल ਹੁੰਦੀ ਹੈ ਆਪਣੇ ਕੋਲ ਗਲਵੈਨੋਮੀਟਰ 'ਚ, ਮਿਰਰ ਦੇ ਵਿੱਚੋਂ ਦੀ ਆਪਾਂ ਦੇਖਦੇ ਹਾਂ। ਰਾਈਟ। दिस इज करंट सेंसिटिविटी ऑफ गलवेनोमीटर। करंट सेंसिटिविटी की हुंदी है? गलवेनोमीटर ਦੇ ਵਿੱਚ ਡਿਫਲੈਕਸ਼ਨ ਪ੍ਰੋਡਿਊਸ ਹੋਈ ਹੈ यूनिट करंट पास होने नाल। ਆਪਾਂ यूनिट करंट पास किया, दैन कितनी डिफलैक्शन शो हुई गलवेनोमीटर च?
So alpha upon I is equal to NAB upon K. Voltage sensitivity of galvanometer. ਜਦੋਂ ਆਪਾਂ ਯੂਨਿਟ ਵੋਲਟੇਜ ਅਪਲਾਈ ਕੀਤੀ ਗਲਵੈਨੋਮੀਟਰ ਦੇ ਵਿੱਚ ਤਾਂ ਕਿੰਨੀ ਡਿਫਲੈਕਸ਼ਨ ਆਈ। ਠੀਕ ਹੈ, ਗਲਵੈਨੋਮੀਟਰ ਦੇ ਦੋ ਟਰਮੀਨਲਸ 'ਚ ਆਪਾਂ ਯੂਨਿਟ ਵੋਲਟੇਜ ਅਪਲਾਈ ਕੀਤੀ, ਦੈਨ ਉਸ ਦੇ ਵਿੱਚ ਕਿੰਨੀ ਡਿਫਲੈਕਸ਼ਨ ਆਈ, ਦੈਟ ਇਜ਼ ਵੋਲਟੇਜ ਸੈਂਸਿਟੀਵਿਟੀ। It is equal to alpha upon V is equal to NAB upon KR. So this was our topic of moving coil galvanometer. Thank you बच्चे।